पंजाब दे विच होण जा रहीआं कारपोरेशन दीआं चोणां जिथे ਵੱਖ-ਵੱਖ सियासी पार्टियां ने अपने अपने उम्मीदवार किते किते अपने आज़ाद उम्मीदवारों का समर्थन करन जा रही हैं। अज जिला शहीद भगत सिंह नगर दे डिवीज़न बंगा विखे भी ਵੱਖ-ਵੱਖ पार्टियां ने अपने अपने उम्मीदवार शक्ति प्रदर्शन के नाल उतारे। सब तो पहला श्रोमणी अकाली दल ने अपने उम्मीदवारों की लिस्ट बना के बंगा विच रोड मार्च करते हुए शक्ति प्रदर्शन करते हुए मजिस्ट्रेट दफ्तर बंगा विखे पहुँचे तो उम्मीदवारों की लिस्ट ਵੱਖ-ਵੱਖ वार्डां की लिस्ट जिहड़ी है वो एक एक करके अपने अपने रिटर्निंग अफसर नूं पेपर दाखिल कराउंदे दिखाई दिते। इस मौके देखण विच आया कि कुछ थावां ते श्रोमणी अकाली दल ने अपने उम्मीदवार ना उतार के आज़ाद उम्मीदवारों का समर्थन किया जो उन्हां दे ख्याल मुताबक ਚੱਲਣ ਦੀ ਸਮਰੱਥਾ ਰੱਖਦੇ ਹਨ। डॉक्टर सुखविंदर कुमार सुखी MLA विधान सभा हल्का बंगा ने दस्सिया कि बंगा दे विच श्रोमणी अकाली दल भारी बहुमत नाल जित दर्ज करके अपने बंगा विखे सरकार बनावेगा ते विकास दे विच रहिंदे अधूरे काम वो पूरे करन दा यतन करेगा। इस मौके उन्हां दे नाल सोन लाल ढंडा जी, कुलजीत सिंह सराल अते होर बहुत सारे साथी हाज़र सन। सब तो पहला तो मैं जिहड़े श्रोमणी अकाली दल के कैंडीडेट साहबान और जिन्होंने श्रोमणी अकाली दल ने जिहड़े इस शहर के चंगे लोग ने जिहड़े शहर की बेहतरी लई चंगा काम करते आए आ और अगे वास्ते चंगा काम करन दा जिन्नी प्रॉमिस किया वो असीं उन्हां नूं सपोर्ट करते हैं। उस सारे कैंडीडेट्स नूं मैं अपने वालों और श्रोमणी अकाली दल के प्रधान सरदार सुखबीर सिंह बादल वालों उन्होंने लख लख बधाई दिंदा हाँ और उस परमात्मा उस वाहिगुरू अगे अरदास करदा
ਕਿ ਜੋ ਉਹਨਾਂ ਨੇ ਚੰਗਾ ਇਹ ਫੈਸਲਾ ਲਿਆ ਕਿ ਲੋਕਾਂ ਦੀ ਸੇਵਾ ਕਰਨੀ ਆ, ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣਾ ਔਰ ਡਿਵੈਲਪਮੈਂਟ ਦੇ ਲਈ ਹਰ ਵੇਲੇ 24 ਘੰਟੇ ਹਾਜ਼ਰ ਰਹਿਣਾ। ਸੋ ਮੈਂ ਉਹਨਾਂ ਨੂੰ ਇਸ ਗੱਲ ਲਈ ਧੰਨਵਾਦ ਵੀ ਕੀਤਾ ਕਿ ਉਹਨਾਂ ਨੇ ਇਸ ਸ਼ਹਿਰ ਦੀ ਬਿਹਤਰੀ ਲਈ ਇਹ ਇਲੈਕਸ਼ਨ ਲੜਨ ਦਾ ਨਿਰਣਾ ਲਿਆ। ਔਰ ਮੈਂ ਇਸ ਮੌਕੇ ਤੇ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਜ਼ਰੂਰ ਕਰਦਾ ਕਿ ਹੁਣ ਸਮਾਂ ਆ ਆਪਾਂ ਸੱਚ ਝੂਠ ਨੂੰ ਦੇਖ ਲਈਏ। ਮੈਂ ਨਹੀਂ ਕਹਿੰਦਾ ਮੈਂ ਸੱਚਾ ਆ, ਇਹ ਲੋਕ ਡਿਸਾਈਡ ਕਰਨ ਵੀ ਕੌਣ ਸੱਚਾ ਕੌਣ ਝੂਠਾ। ਕਿਉਂਕਿ ਇੱਥੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਸ ਵੇਲੇ ਦੇ ਡਿਪਟੀ ਸੀਐਮ, ਉਹਨਾਂ ਨੇ ਕੋਈ ਪੌਣੇ 5 ਕਰੋੜ ਰੁਪਈਆ ਇਸ ਸ਼ਹਿਰ ਨੂੰ ਫੰਡ ਦਿੱਤਾ ਤਾਂ ਕਿ ਇਸ ਸ਼ਹਿਰ ਦੀ ਡਿਵੈਲਪਮੈਂਟ ਹੋ ਸਕੇ। ਔਰ ਮੈਨੂੰ ਅੱਜ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਮੇਰਾ ਇੱਕ ਡ੍ਰੀਮ ਪ੍ਰੋਜੈਕਟ ਸੀ। ਮੈਂ ਐਮਐਲਏ ਬਣਨ ਤੋਂ ਬਾਅਦ ਜਿਹੜਾ ਪਹਿਲਾਂ ਇਹ ਬੰਗਾ ਵਾਸੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਅਸੀਂ ਇੱਥੇ ਇੱਕ ਇੱਦਾਂ ਦਾ ਸਟੇਡੀਅਮ ਬਣਾਵਾਂਗੇ ਜਿਸ ਨੂੰ ਦੇਖਣ ਜਦੋਂ ਵੀ ਤੁਹਾਡੇ ਕੋਲ ਕੋਈ ਗੈਸਟ ਆਏਗਾ, ਤੁਸੀਂ ਉਹਨੂੰ ਜੇਕਰ ਬੰਗੇ 'ਚ ਘੁਮਾਉਣ ਲੈ ਕੇ ਜਾਣਾ ਤਾਂ ਤੁਸੀਂ ਉਹ ਸਟੇਡੀਅਮ ਨੂੰ ਜ਼ਰੂਰ ਦਿਖਾਓਗੇ। ਉਹਦੇ ਲਈ ਅਸੀਂ 87.45 ਲੱਖ ਰੁਪਈਆ ਅਸੀਂ ਅਲਾਟ ਕਰਾਇਆ। ਔਰ ਉਸ ਤੋਂ ਬਾਅਦ ਸਾਨੂੰ ਲੱਗਿਆ ਕਿ ਹੋਰ ਵੀ ਇਹਦੀ ਵਧੀਆ ਬਣਾਉਣ ਦੇ ਲਈ ਸਾਨੂੰ ਹੋਰ ਪੈਸੇ ਦੀ ਲੋੜ ਪੈ ਸਕਦੀ ਹੈ। ਔਰ ਚੰਦੂ ਮਾਜਰਾ ਸਾਹਿਬ ਨੇ ਵੀ ਆਪਣੇ ਜਿਹੜਾ ਐਮਪੀ ਲੈਂਡ ਫੰਡ ਸੀ ਉਹਦੇ ਵਿੱਚੋਂ ਵੀ ਉਹਨਾਂ ਨੂੰ 5 ਲੱਖ ਰੁਪਈਆ 10 ਲੱਖ ਰੁਪਈਆ ਉਹਨਾਂ ਨੇ ਦਿੱਤਾ। ਔਰ ਇਹ ਬਦਕਿਸਮਤੀ ਹੈ ਕਿ ਜਦੋਂ ਸਾਡੀ ਸਰਕਾਰ ਚਲੇ ਗਈ ਔਰ ਇੱਥੇ ਮੌਜੂਦਾ ਜਿਹੜੀ ਕਾਂਗਰਸ ਸਰਕਾਰ ਸੀ, ਕੈਪਟਨ ਸਰਕਾਰ ਨੇ ਉਹ ਜਿਹੜਾ ਸਟੇਡੀਅਮ ਦਾ ਕੰਮ ਸੀ ਉਹ ਬੰਦ ਕਰਾਤਾ। ਔਰ ਜਦੋਂ ਉਹ ਬੰਦ ਹੋ ਗਿਆ ਤਾਂ ਮੈਂ ਵਿਧਾਨ ਸਭਾ ਦੇ ਅੰਦਰ ਕੁਐਸਚਨ ਕੀਤਾ ਔਰ ਮੈਂ ਇਹ ਪੁੱਛਿਆ ਕਿ ਇਹਨੂੰ ਕੰਮ ਬੰਦ ਕਰਾਉਣ ਵਾਲਾ ਕੌਣ ਹੈ। ਜਦੋਂ ਪੈਸੇ ਪੂਰੇ ਸਰਕਾਰ ਕੋਲ ਪਏ ਆ, ਕਮੇਟੀ ਕੋਲ ਪੈਸੇ ਨੇ, ਕਮੇਟੀ ਕੰਮ ਕਰਨਾ ਚਾਹੁੰਦੀ ਹੈ, ਤੇ ਕੌਣ ਹੈ ਜਿਹੜਾ ਇਹਨੂੰ ਬੰਦ ਕਰਾਉਣਾ ਚਾਹੁੰਦਾ, ਉਹਦਾ ਅਜੇ ਤੱਕ ਮੈਨੂੰ ਕਿਸੇ ਨੇ ਜਵਾਬ ਨਹੀਂ ਦਿੱਤਾ। ਔਰ ਕੱਲ ਪਰਸੋਂ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੈ ਕਿ ਸਾਡੇ ਸਤਿਕਾਰਯੋਗ ਇਸ ਹਲਕੇ ਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਜੀ, ਉਹਨਾਂ ਨੇ ਇੱਕ ਬਿਆਨ ਦਿੱਤਾ ਔਰ ਬੜਾ ਵੱਡਾ ਫੋਨ ਲਾ ਕੇ ਕੰਨ ਨੂੰ ਇਹ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਡਾਇਰੈਕਟਰ ਵਿਜੀਲੈਂਸ ਨਾਲ ਗੱਲ ਕਰ ਰਿਹਾ। ਜਿਸ ਵਿਜੀਲੈਂਸ ਦੀ ਇਨਕੁਆਇਰੀ 3 ਸਾਲ ਤੋਂ ਚੱਲ ਰਹੀ ਹੈ, 3 ਸਾਲ ਤੋਂ ਵਿਜੀਲੈਂਸ ਇਨਕੁਆਇਰੀ ਚੱਲ ਰਹੀ ਹੈ ਔਰ ਸਰਕਾਰ ਕਿਹਦੀ ਹੈ? ਕਾਂਗਰਸ ਦੀ। ਔਰ ਜਿਹੜਾ ਠੇਕੇਦਾਰ ਆ, ਇਹ ਸਾਡੀ ਬਦਕਿਸਮਤੀ ਰਹੀ ਕਿ ਠੇਕਾ ਉਸ ਆਦਮੀ ਨੂੰ ਮਿਲ ਗਿਆ ਜਿਹੜਾ ਕਾਂਗਰਸੀ ਸੀ। ਔਰ ਉਹਨੂੰ ਬਚਾਉਣ ਲਈ, ਉਸ ਨੂੰ ਬਚਾਉਣ ਦੇ ਲਈ ਜਿਹਦੇ ਵੱਲ 40 ਲੱਖ ਰੁਪਇਆ ਜਾ ਚੁੱਕਾ, ਉਹਦੀ ਡਿਊਟੀ ਇਹਨੂੰ ਕੰਪਲੀਟ ਕਰਕੇ ਦੇਣਾ ਸਾਨੂੰ, ਕਿਉਂਕਿ ਉਹਦੀ ਫਾਈਨਲ ਪੇਮੈਂਟ ਉਸ ਵੇਲੇ ਹੋਏਗੀ ਜਦੋਂ ਕੰਪਲੀਟ ਕਰੇਗਾ। ਪਰ ਉਸਨੇ ਇੰਨਾ ਬਾੜਾ ਮਟੀਰੀਅਲ ਲਾਇਆ ਔਰ ਅੱਜ ਮੈਂ ਸਮਝਦਾ ਕਿ ਇਹ ਜਿਹੜੇ ਕੰਮ ਰੁਕੇ ਕੰਮ ਆ, ਸਾਨੂੰ ਲੋਕ ਮੌਕਾ ਦੇਣਗੇ ਔਰ ਸਰਕਾਰ ਆਉਣ ਵਾਲੀ ਸਰਕਾਰ ਦੇ, ਕਿਉਂ ਜਿਸ ਦਿਨ ਸਰਦਾਰ ਸੁਖਬੀਰ ਸਿੰਘ ਬਾਦਲ ਇਹਨਾਂ ਕੈਂਡੀਡੇਟਸ ਨੂੰ ਅਸ਼ੀਰਵਾਦ ਦੇਣ ਆਏ ਸੀ, ਉਹਨਾਂ ਨੇ ਉਦੋਂ ਇਹ ਐਲਾਨ ਕੀਤਾ ਸੀ ਕਿ ਬੰਗਾ ਦੇ ਵਿੱਚ ਜਿੰਨਾ ਪੈਸਾ ਚਾਹੀਦਾ ਸਾਡੀ ਸਰਕਾਰ ਦੇਗੀ। ਬੇਨਤੀ ਇੰਨੀ ਆ ਕਿ ਤੁਸੀਂ ਅਕਾਲੀ ਦਲ ਦੇ ਜਿਹੜੇ ਆ ਉਹਨਾਂ ਦੇ ਕੈਂਡੀਡੇਟਸ ਨੂੰ ਜਿਤਾ ਕੇ ਮਿਊਨਿਸਪਲ ਕਮੇਟੀ ਦੀ ਆਪਣੀ ਸਰਕਾਰ ਬਣਾਓ। ਔਰ ਅੱਜ ਹੋਰ ਵੀ ਮੈਨੂੰ ਬੜਾ, ਕਿਉਂਕਿ ਵਾਰਡ ਨੰਬਰ 1 ਦੇ ਵਿੱਚ ਮਸੰਦਾ ਪੱਟੀ ਦੇ ਵਿੱਚ ਉੱਥੇ ਗਰੀਬ ਲੋਕ ਰਹਿੰਦੇ ਆ, ਉਸ ਦੇ ਵਿੱਚ ਕੋਈ ਵੀ ਇੱਦਾਂ ਦੀ ਜਗ੍ਹਾ ਨਹੀਂ ਸੀ ਜਿੱਥੇ ਗਰੀਬ ਲੋਕ ਆਪਣੇ ਥਾਂ ਕਮਿਊਨਿਟੀ ਹਾਲ ਨਹੀਂ ਸੀ। ਉੱਥੇ ਅਸੀਂ 25 ਲੱਖ ਰੁਪਈਆ ਦੇ ਕੇ ਉੱਥੇ ਕਮਿਊਨਿਟੀ ਹਾਲ ਮਨਜ਼ੂਰ ਕੀਤਾ। ਔਰ ਜਦੋਂ ਸਾਡੀ ਸਰਕਾਰ ਚੱਲ ਗਈ ਉਸ ਵੇਲੇ ਤਾਂ ਕੰਧਾਂ ਖੜੀਆਂ ਹੋਈਆਂ ਸੀ, ਛੱਤ ਪਈ ਸੀ। 4 ਸਾਲ ਦੇ ਵਿੱਚ ਉਹਨਾਂ ਗਰੀਬਾਂ ਦੀਆਂ ਬੱਚੀਆਂ ਦਾ ਕਿਤੇ ਫ੍ਰੀ ਵਿਆਹ ਨਾ ਹੋ ਜਾਏ, ਉਹਨਾਂ ਨੂੰ ਮਜਬੂਰਨ ਮੈਰਿਜ ਪੈਲਸੇ ਵਿੱਚ ਜਾਣਾ ਪਵੇ, ਉਹ ਅਜੇ ਤੱਕ ਕਾਂਗਰਸ ਸਰਕਾਰ ਨੇ ਉਹ ਪੂਰਾ ਨਹੀਂ ਕਰਾਇਆ। ਸੋ ਮੈਂ ਸਮਝਦਾ ਕਿ ਜੇ ਇੱਦਾਂ ਦੀਆਂ ਰੁਕਾਵਟਾਂ ਪਾ ਰਹੀ ਆ ਤਾਂ ਲੋਕਾਂ ਨੂੰ, ਕਿਉਂਕਿ ਬੰਗਾ ਹਲਕੇ ਦੇ ਜਿਹੜੇ ਵੋਟਰ ਆ ਬੜੇ ਸੂਝਵਾਨ ਆ, ਬੜੇ ਸਿਆਣੇ ਲੋਕ ਨੇ, ਉਹ ਇਹ ਫੈਸਲਾ ਲੈਣਗੇ ਕਿ ਇੱਕ ਗੱਲ, ਜੇ ਮੈਂ ਝੂਠਾਂ ਤਾਂ ਕਦੀ ਵੋਟ ਨਹੀਂ ਪਾਣੀ ਚਾਹੀਦੀ ਵੋਟ। ਕਿਉਂਕਿ ਮੈਂ ਤਾਂ ਇੱਥੋਂ ਤੱਕ ਵੀ ਕਿਹਾ, ਕੱਲ੍ਹ ਵੀ ਤੁਸੀਂ ਜਦੋਂ ਮੈਨੂੰ ਪੁੱਛਿਆ ਸੀ, ਮੈਂ ਗੱਲ ਕਹੀ ਸੀ ਜੇ ਮਨੀਸ਼ ਤਿਵਾੜੀ ਜੀ ਸਾਨੂੰ ਇਹ ਵਿਸ਼ਵਾਸ ਦੇ ਦੇਣ, ਅੱਜੇ ਹੀ ਸਟੇਡੀਅਮ ਸ਼ੁਰੂ ਕਰਾ ਦੇਣ, ਸਾਨੂੰ ਅਕਾਲੀ ਦਲ ਨੇ ਕੱਲ੍ਹ ਇਲੈਕਸ਼ਨ ਲੜਨੀ ਹੈ। ਛੋਟੀਆਂ ਇਲੈਕਸ਼ਨਾਂ ਇਸ ਕਰਕੇ ਲੜੀਆਂ ਜਾਂਦੀਆਂ ਕਿ ਸ਼ਹਿਰ ਦੀ ਡਿਵੈਲਪਮੈਂਟ ਹੋ ਜਾਏ। ਜਦੋਂ ਕਾਂਗਰਸ ਨੇ 4 ਸਾਲ ਦੇ 4.25 ਸਾਲ ਹੋ ਚੱਲੇ ਆ, ਜਦੋਂ ਉਹਨਾਂ ਨੇ ਕੋਈ ਡਿਵੈਲਪਮੈਂਟ ਕਰਾਈ ਨਹੀਂ ਤਾਂ ਮਜਬੂਰਨ ਸਾਨੂੰ ਇਹ ਸਟੈਪ ਚੁੱਕਣਾ ਪਿਆ। ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਲੀਡਰ ਝੂਠ ਬੋਲ ਸਕਦੇ ਆ, ਪਰ ਤੁਸੀਂ ਸੱਚ ਜਾਣਦੇ ਹੋ, ਸੱਚ ਤੇ ਖੜੋ। ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਉਹਨੂੰ ਵੋਟ ਪਾਓ। ਮੈਂ ਤੁਹਾਨੂੰ ਇਹ ਵਾਅਦਾ ਜ਼ਰੂਰ ਕਰਦਾ, ਜੇ ਜਦੋਂ ਸਾਡੀ ਸਰਕਾਰ ਆਏਗੀ, ਜੋ ਸਾਡੀ ਕਮੇਟੀ ਆਏਗੀ, ਤਾਂ ਜਿੰਨੇ ਦੂਰੇ ਕੰਮ, ਬੇਸ਼ੱਕ ਸਟੇਡੀਅਮ ਹੋਵੇ, ਬੇਸ਼ੱਕ ਉਹ ਮਸੰਦਾ ਪੱਟੀ ਦੇ ਵਿੱਚ ਕਮਿਊਨਿਟੀ ਹਾਲ ਹੋਵੇ, ਜਾਂ ਕੋਈ ਕੰਮ ਜਿਹੜਾ ਇੱਦਾਂ ਦਾ ਰਹਿ ਗਿਆ ਜਿਹੜਾ ਕਰਨ ਵਾਲਾ ਕਿ ਸ਼ਹਿਰ ਦੀ ਬਿਹਤਰੀ ਲਈ, ਸ਼ਹਿਰ ਦੀ ਸਫਾਈ ਦੇ ਬੜੇ ਵੱਡੇ ਮਸਲੇ ਆ, ਉਹ ਕਰਨੇ ਦੇ ਲਈ ਮੈਂ ਯਕੀਨ ਦਿਵਾਉਣਾ ਕਿ ਮੈਂ
2022 ਦੇ ਵਿੱਚ ਤੁਹਾਡੇ ਤੋਂ ਵੋਟਾਂ ਤਾਂ ਮੰਗਣ ਆਊਂਗਾ ਜੇ ਮੇਰੀ ਬਣਾਈ ਹੋਈ ਕਮੇਟੀ ਤੁਹਾਡੇ ਕੰਮ ਕਰੇਗੀ, ਨਹੀਂ ਤਾਂ ਤੁਸੀਂ ਮੈਨੂੰ ਸ਼ਹਿਰ ਚੋਂ ਬਾਹਰ ਕੱਢ ਸਕਦੇ ਹੋ। ਇਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ। ਇਹ ਕਿਉਂਕਿ ਅੱਜ ਜਿਹੜਾ ਇਲੈਕਸ਼ਨ ਆ ਉਹ ਸਰਕਾਰ ਬਣਾਉਣ ਲਈ ਨਹੀਂ, 22 ਦਾ ਇਲੈਕਸ਼ਨ ਜਿਹੜਾ ਸਰਕਾਰ ਬਣਾਉਣ ਲਈ ਹੋਣਾ ਉਹ ਬੜਾ ਜ਼ਰੂਰੀ ਹੁੰਦਾ। ਤੇ ਉਹਦੇ ਲਈ ਮੈਂ ਵਾਅਦਾ ਕਰਦਾ ਜੇ ਸਾਡੀ ਕਮੇਟੀ ਕੋਈ ਕੰਮ ਕਰੇਗੀ ਤਾਂ ਵੋਟ ਸਾਨੂੰ ਦਿਓ, ਨਹੀਂ ਤਾਂ ਨਾ ਦਿਓ। ਸੋ ਮੈਂ ਤੁਹਾਡਾ ਸਾਰਿਆਂ ਦਾ ਮੀਡੀਆ ਦੇ ਵੀ ਧੰਨਵਾਦ ਕਰਦਾ ਵੀ ਤੁਸੀਂ ਇਹ ਲੋਕਾਂ ਤੱਕ ਗੱਲ ਲਿਜਾ ਰਹੇ ਹੋ। ਔਰ ਇੱਕ ਵਾਅਦਾ ਹੋਰ ਕਰਨਾ ਮੈਂ, ਜਿਸ ਦਿਨ ਸਾਡੇ ਜੇ ਤਾਂ ਮਨੀਸ਼ ਤਿਵਾੜੀ ਜੀ ਆਪਣੀ ਗੱਲ ਤੇ ਅੜ ਗਏ ਖੜੇ ਰਹੇ, ਜੇ ਤਾਂ ਡਾਕਟਰ ਨੂੰ ਸੱਚੀ ਦਾ ਫੋਨ ਹੋਇਆ ਫਿਰ ਤਾਂ ਉਹ ਠੇਕੇਦਾਰ ਅੰਦਰ ਹੋ ਜਾਏਗਾ। ਜੇ ਉਹ ਨਾ ਕਰਾ ਸਕੇ ਕਿਉਂਕਿ ਉਹਨਾਂ ਦੀ ਪਾਰਟੀ ਦਾ ਆ, ਤਾਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਜਿਸ ਦਿਨ ਸਰਕਾਰ ਬਣੀ ਪਹਿਲੇ ਦਿਨ ਪਹਿਲਾਂ ਹੀ ਕੰਮ ਕਰੂੰਗਾ। ਪਹਿਲਾਂ ਤਾਂ ਉਹਦੀ ਜਿਹੜੀ 40 ਲੱਖ ਦੀ ਰਿਕਵਰੀ ਔਰ ਉਹਦੇ ਜਿਹੜਾ ਇੰਟਰਸਟ ਪਿਆ ਉਹਦੀ ਰਿਕਵਰੀ ਔਰ ਉਹਨੂੰ ਚੁੱਕ ਕੇ ਅੰਦਰ ਕਰਾਂਗੇ, ਇਹ ਮੈਂ ਵਾਅਦਾ ਕਰਦਾ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਲੋਕਾਂ ਤੱਕ ਸੱਚ ਲਿਜਾਣ ਲਈ ਮੈਨੂੰ ਰੂਬਰੂ ਕਰਾਇਆ। ਧੰਨਵਾਦ। ਪਹਿਲਾਂ ਤੁਸੀਂ 12 ਕੈਂਡੀਡੇਟ ਅਨਾਉਂਸ ਕੀਤੇ ਸੀਗੇ ਕਿ ਬਾਕੀ ਰਹਿੰਦੇ 3 ਕੈਂਡੀਡੇਟ ਆ ਉਹ ਵੀ ਮੈਂ ਤੁਹਾਨੂੰ ਇਹ ਬੇਨਤੀ ਕੀਤੀ ਸੀ ਜਦੋਂ ਮੈਂ ਸ਼ੁਰੂ ਕੀਤਾ ਸੀ ਕਿ ਅਕਾਲੀ ਦਲ ਦਾ ਮਕਸਦ ਕੋਈ ਹਰ ਥਾਂ ਇਲੈਕਸ਼ਨ ਲੜਨ ਦਾ ਨਹੀਂ। ਸਾਡਾ ਮਕਸਦ ਹੈ ਵੀ ਚੰਗੇ ਲੋਕ ਅੱਗੇ ਆਉਣ। ਜਿਸ ਤਰ੍ਹਾਂ 2 ਨੰਬਰ ਵਾਰਡ ਦੇ ਵਿੱਚ ਹੇਮੰਤ ਤੇਜਪਾਲ ਜੀ ਆ, ਸਾਰਾ ਸ਼ਹਿਰ ਜਾਣਦਾ ਕਿ ਉਸ ਬੰਦੇ ਨੇ ਸ਼ਹਿਰ ਦੀ ਬਿਹਤਰੀ ਲਈ ਬਹੁਤ ਕੰਮ ਕੀਤਾ। ਅਸੀਂ ਉੱਥੇ ਆਪਣਾ ਕੈਂਡੀਡੇਟ ਦਿੱਤਾ ਸੀ, ਪਰ ਸਾਡਾ ਕੈਂਡੀਡੇਟ ਉਹਨਾਂ ਨੇ ਕੈਂਡੀਡੇਟ ਨੂੰ ਅਪਰੋਚ ਕੀਤਾ, ਉਹ ਮੇਰੇ ਕੋਲ ਆਏ। ਸਾਡੇ ਕੈਂਡੀਡੇਟ ਦੀ ਬਹਾਦਰੀ ਦੇਖੋ। ਕਹਿੰਦਾ ਬਈ ਡਾਕਟਰ ਸਾਹਿਬ ਇਸ ਬੰਦੇ ਨੇ ਸ਼ਹਿਰ ਦੀ ਬਿਹਤਰੀ ਲਈ ਕੰਮ ਕੀਤਾ। ਅੱਜ ਇਹਨੇ ਸਾਡੇ ਤੋਂ ਇਹ ਸਪੋਰਟ ਮੰਗੀ ਆ ਵੀ ਅਸੀਂ ਮਹੱਲੇ ਵਾਲਿਆਂ ਨੇ ਇਹ ਡਿਸਾਈਡ ਕੀਤਾ ਵੀ ਤੁਸੀਂ ਅਕਾਲੀ ਦਲ ਉਹਦੀ ਸਪੋਰਟ ਕਰੇ। ਸਾਡਾ ਮਕਸਦ ਇਹ ਆ ਕਿ ਚੰਗੇ ਬੰਦੇ ਅੱਗੇ ਆ ਜਾਣ। ਸਾਨੂੰ ਕੋਈ ਸਿੰਬਲ ਦੀ ਨਹੀਂ ਗੱਲ, ਚੰਗੇ ਲੋਕਾਂ ਦੀ ਹੈ, ਕਿਉਂਕਿ ਲੋਕਾਂ ਨੂੰ ਰਾਹਤ ਕਿਹਨੂੰ ਦੇਣੀ ਆ? ਆਮ ਲੋਕਾਂ ਨੂੰ ਦੇਣੀ ਆ। ਉੱਥੇ ਕਦੀ ਵੀ ਕਿਸੇ ਪਾਰਟੀ ਦਾ ਬੰਦਾ ਰਾਹਤ ਨਹੀਂ ਦੇ ਸਕਦਾ, ਚੰਗੇ ਬੰਦੇ ਰਾਹਤ ਦੇ ਸਕਦੇ ਆ। ਸੋ ਮੈਂ ਇਹ ਜਿਹੜੇ ਅਸੀਂ ਅੱਜ ਅਨਾਉਂਸ ਕੀਤੇ ਆ, ਜਿਹੜੇ ਅੱਜ ਕਾਗਜ਼ ਦਾਖਲ ਕੀਤੇ ਆ, ਉਹ ਸਾਡੀ ਪਾਰਟੀ ਦੇ ਨਾਲ ਆ। ਜਿਹੜੇ 3 ਕੈਂਡੀਡੇਟ ਰਹਿ ਗਏ, 2 ਰਹਿ ਗਏ, ਉਹ 2 ਕੈਂਡੀਡੇਟ ਵੀ ਜਿਹੜੇ ਆ ਸਾਡੇ, ਕਿਉਂਕਿ 11 ਨੰਬਰ ਵਾਰਡ ਦੇ ਵਿੱਚ ਵੀ ਅਸੀਂ ਪ੍ਰਵੀਨ ਅਵੀ ਜੀ ਉਹਨਾਂ ਦੀ ਮਿਸਿਜ਼ ਕਵਿਤਾ ਨੂੰ ਸਪੋਰਟ ਕੀਤਾ, ਕਿਉਂਕਿ ਉਹਨਾਂ ਨੂੰ ਤੁਸੀਂ ਉਸ ਪਰਿਵਾਰ ਨੂੰ ਜਾਣਦੇ ਹੋ, ਸਾਰੇ ਜਾਣਦੇ ਆ ਕਿ ਉਹ ਸ਼ਹਿਰ ਦੀ ਬਿਹਤਰੀ ਲਈ ਕੁਝ ਕਰ ਸਕਦਾ। ਅਸੀਂ ਉੱਥੇ ਵੀ ਸਪੋਰਟ ਕੀਤਾ। 12 ਔਰ 13 ਦੇ ਵਿੱਚ ਅਸੀਂ ਜਿਹੜਾ ਕੈਂਡੀਡੇਟ ਆ ਉਹ ਅਸੀਂ ਅੱਜ ਸ਼ਾਮ ਤੱਕ, ਕਿਉਂਕਿ 2 ਬੰਦੇ ਜਿਹੜੇ ਚੰਗੇ ਆ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਸ਼ਹਿਰ ਦੀ ਬਿਹਤਰੀ ਲਈ ਕੰਮ ਕਰ ਸਕਦੇ ਆ, ਉਹ ਅੱਜ ਸ਼ਾਮ ਤੱਕ ਅਸੀਂ ਫਾਈਨਲ ਕਰ ਦਿਆਂਗੇ। ਜੇ ਕੋਈ ਨਹੀਂ ਤਾਂ ਅਕਾਲੀ ਦਲ ਤਾਂ ਹੈ, ਅਕਾਲੀ ਦਲ ਤਾਂ ਇਲੈਕਸ਼ਨ 15 ਦੇ 15 ਵਾਰਡਾਂ 'ਤੇ ਲੜਨ ਲਈ ਤਿਆਰ ਹੈ ਔਰ ਜਿੱਤਣ ਲਈ। ਇਹ ਲੋਕਾਂ ਨਾਲ ਅਸੀਂ, ਕਿਉਂਕਿ ਲੋਕਾਂ ਨਾਲ ਅਸੀਂ ਕੰਮ ਕੀਤੇ ਆ, ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਲਾਈਕ ਕਰਨਗੇ, ਸਾਡੇ ਕੈਂਡੀਡੇਟਾਂ ਨੂੰ ਵੋਟ ਪਾਉਣਗੇ। ਥੈਂਕ ਯੂ। ਧੰਨਵਾਦ। ਕਦੇ ਵੇਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵਿਦੇਸ਼ਾਂ ਵਿੱਚ, ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ, ਦੁਕਾਨਾਂ ਤੇ ਦਫ਼ਤਰਾਂ ਨੂੰ। ਜੀ ਹਾਂ, 3D ਵਾਲਪੇਪਰ ਦੇ ਨਾਲ ਮਨਪਾਉਂਦੇ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ, ਬੜਾ ਪਿੰਡ ਨੇੜੇ ਯੂਨੀਅਨ ਬੈਂਕ। ਇੱਥੇ 3D ਵਾਲਪੇਪਰ, ਫਲੈਕਸ ਪ੍ਰਿੰਟਿੰਗ, ਕਲਰ ਪੋਸਟਰ, ਵਿਜ਼ਿਟਿੰਗ ਕਾਰਡ, ਮੈਰਿਜ ਕਾਰਡ, ਇਨਵੀਟੇਸ਼ਨ ਕਾਰਡ, ਬਿੱਲ ਬੁੱਕ, ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ। ਟੂਰਨਾਮੈਂਟ, ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮ ਦੀਆਂ ਫਲੈਕਸਾਂ ਅਤੇ ਪੋਸਟਰ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ। ਸੇਵਾ ਦਾ ਮੌਕਾ ਦਿਓ। BI ਗ੍ਰਾਫਿਕ ਸੋਲੂਸ਼ਨ, ਬੜਾ ਪਿੰਡ ਨੇੜੇ ਯੂਨੀਅਨ ਬੈਂਕ। ਸੰਪਰਕ ਨੰਬਰ 01826 266 062 ਅਤੇ 98 550 92934।